ਡੀਡੀ ਪੰਜਾਬੀ ਦੇ ਪ੍ਰੋਗਰਾਮ ਖਾਸ ਖਬਰ ਇੱਕ ਨਜ਼ਰ 'ਚ ਤੁਹਾਡਾ ਸਭ ਦਾ ਸਵਾਗਤ। ਮੈਂ ਹਾਂ ਰੀਮਾ। ਖਬਰਾਂ ਜੋ ਅਖਬਾਰਾਂ ਦੀਆਂ ਸੁਰਖੀਆਂ ਪੜ੍ਹਦੀਆਂ ਨੇ, ਖਬਰਾਂ ਜੋ ਅਸੀਂ ਪੜ੍ਹਦੇ ਹਾਂ, ਦੇਖਦੇ ਹਾਂ, ਸੁਣਦੇ ਹਾਂ, ਇਹਨਾਂ ਦੇ ਪਿੱਛੇ ਬਹੁਤ ਸਾਰੇ ਤੱਥ, ਬਹੁਤ ਸਾਰੀਆਂ ਹਕੀਕਤਾਂ ਲੁਕੀਆਂ ਹੁੰਦੀਆਂ ਨੇ। ਇਹਨਾਂ ਹੀ ਤੱਥਾਂ ਨੂੰ, ਇਹਨਾਂ ਹੀ ਹਕੀਕਤਾਂ ਨੂੰ ਉਜਾਗਰ ਕਰਦੇ ਨੇ ਸਾਡੇ ਪੱਤਰਕਾਰੀ ਦੇ ਖੇਤਰ ਦੇ ਨਾਲ ਜੁੜੇ ਹੋਏ ਮਾਹਰ ਮਹਿਮਾਨ। ਤੇ ਅੱਜ ਸਾਡੇ ਸਟੂਡੀਓ 'ਚ ਮੌਜੂਦ ਨੇ ਸੀਨੀਅਰ ਪੱਤਰਕਾਰ ਲਖਵਿੰਦਰ ਜੌਲ ਜੀ। ਆਓ ਕਰਦੇ ਉਹਨਾਂ ਦਾ ਸਵਾਗਤ। ਜੌਲ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਬਹੁਤ ਮਿਹਰਬਾਨੀ ਜੀ। ਸਭ ਤੋਂ ਪਹਿਲਾਂ ਜਿਹੜੀ ਖਬਰ ਨੇ ਆਪਣਾ ਧਿਆਨ ਸਾਡੇ ਵੱਲ ਖਿੱਚਿਆ ਹੈ, ਉਹ ਖਬਰ ਹੈ ਤਾਲਿਬਾਨ ਦੀ। ਅਫਗਾਨਿਸਤਾਨ ਦੇ ਵਿੱਚ ਆਖਰਕਾਰ ਤਾਲਿਬਾਨ ਨੇ ਆਪਣੀ ਸਰਕਾਰ ਜਿਹੜੀ ਹੈ ਉਹਦਾ ਗਠਨ ਕਰ ਲਿਆ। ਕੀ ਕਹਿਣਾ ਚਾਹੋਗੇ? ਦੇਖੋ, ਕਾਫੀ ਦਿਨਾਂ ਦੀ ਉਡੀਕ ਤੋਂ ਬਾਅਦ ਤਾਲਿਬਾਨ ਇਸ ਨਤੀਜੇ ਤੇ ਪਹੁੰਚੇ ਨੇ ਕਿ ਸਰਕਾਰ ਦਾ ਐਲਾਨ ਕਰ ਦਿੱਤਾ ਜਾਏ ਜੀ, ਕਿਉਂਕਿ ਤਾਲਿਬਾਨ 'ਚ ਸਰਕਾਰ ਚਲਾਉਣਾ ਬਹੁਤ ਮੁਸ਼ਕਿਲ ਕਾਰਜ ਹੈ ਜੀ, ਕਿਉਂਕਿ ਅਸਲ ਦੇ ਵਿੱਚ ਜੋ ਵੀ ਇਹ ਤਾਲਿਬਾਨ ਸਰਕਾਰ ਬਣੀ ਹੈ ਉੱਥੇ ਜੀ, ਔਰ ਜਿਸ ਤਰ੍ਹਾਂ ਉਹਨਾਂ ਨੇ ਸੱਤਾ ਹਥਿਆਈ ਹੈ, ਉਹ ਅਸਲ ਦੇ ਵਿੱਚ ਬਹੁਤ ਸਾਰੇ ਅੱਤਵਾਦੀ ਗਰੋਹਾਂ ਦਾ ਜਿਹੜਾ ਉਹ ਇਕੱਠ ਹੈ ਜੀ। ਔਰ ਇਸ ਕਰਕੇ ਉਹਨਾਂ ਸਾਰੇ ਅੱਤਵਾਦੀ ਗਰੋਹਾਂ ਨੂੰ ਸੈਟੀਸਫਾਈਡ ਕਰਨਾ, ਉਹਨਾਂ ਨੂੰ ਜਿਹੜਾ ਉਹ ਬਣਦਾ, ਉਹਨਾਂ ਦਾ ਹੱਕ ਜੋ ਉਹ ਕਹਿੰਦੇ ਨੇ ਕਿ ਸਾਡਾ ਬਣਦਾ ਹੱਕ ਹੈ, ਉਹ ਦੇਣਾ ਇਹ ਕਾਫੀ ਟੇਢੀ ਖੀਰ ਹੈ ਸੀ ਜੀ। ਔਰ ਇਹਦੇ ਵਿੱਚ ਪਾਕਿਸਤਾਨ ਦੀ ਜਿਹੜੀ ਖੂਫੀਆ ਏਜੰਸੀ ਹੈ ISI ਨੇ, ਉਹਨੇ ਵੀ ਵੱਡੀ ਭੂਮਿਕਾ ਨਿਭਾਈ ਹੈ। ਔਰ ਪਿਛਲੇ ਦਿਨਾਂ ਦੇ ਵਿੱਚ ISI ਦੇ ਮੁਖੀ ਜਿਹੜੇ ਨੇ ਉਹ ਉੱਥੇ ਅਫਗਾਨਿਸਤਾਨ ਦੇ ਦੌਰੇ 'ਤੇ ਵੀ ਗਏ ਔਰ ਜਿਨ੍ਹਾਂ ਦੇ ਵਿਰੁੱਧ ਕੱਲ੍ਹ ਕਾਬਲ ਦੇ ਵਿੱਚ ਕਾਫੀ ਹੰਗਾਮਾ ਵੀ ਹੋਇਆ, ਮੁਜ਼ਾਹਰਾ ਵੀ ਹੋਇਆ। ਬਹੁਤ ਸਾਰੇ ਗਰੁੱਪ ਨੇ ਜਿਹੜੇ ਪਾਕਿਸਤਾਨ ਦੀ ਇਸ ਤਰ੍ਹਾਂ ਦੀ ਸਰਪ੍ਰਸਤੀ ਨੂੰ ਮੰਨਦੇ ਨਹੀਂ ਹੈਗੇ ਜੀ। ਲੇਕਿਨ ਕੱਲ੍ਹ ਜਿਹੜਾ ਉਹ ਸਾਰੇ ਗਰੁੱਪਾਂ ਨੂੰ ਇੱਕ ਤਰ੍ਹਾਂ ਨਾਲ ਇਕੱਠੇ ਕਰਕੇ ਇੱਕ ਸਰਕਾਰ ਦਾ ਐਲਾਨ ਕੀਤਾ ਗਿਆ। ਉਹਦੇ ਵਿੱਚ ਜਿਹਨੇ ਇਹ ਸਰਕਾਰ ਦਾ ਐਲਾਨ ਕੀਤਾ, ਹਬਾਤੁੱਲਾ ਅਖੂਨਜ਼ਾਦਾ ਨੇ, ਉਹਦੀ ਆਪਣੀ ਭੂਮਿਕਾ ਕੀ ਹੋਏਗੀ ਇਹ ਵੀ ਅਜੇ ਤੱਕ ਸਪਸ਼ਟ ਨਹੀਂ ਹੈ। ਤੇ ਉਹ ਵਿਅਕਤੀ ਹੈ ਜਿਹਨੂੰ ਅਜੇ ਤੱਕ ਕਿਸੇ ਨੇ ਵੇਖਿਆ ਨਹੀਂ ਹੈ। ਤੇ ਜਿਸ ਦਿਨ ਦਾ ਜਿਹੜਾ ਉਹ ਸੱਤਾ ਦਾ ਇਹ ਜਿਹੜਾ ਤਬਦੀਲੀ ਹੋਈ ਹੈ, ਉਸ ਦਿਨ ਤੋਂ ਬਾਅਦ ਉਹਦੀ ਕਿਸੇ ਨੇ ਕੋਈ ਆਵਾਜ਼ ਵੀ ਨਹੀਂ ਸੁਣੀ। ਪਰ ਕੱਲ੍ਹ ਕਿਹਾ ਗਿਆ ਹੈ ਕਿ ਉਹਨੇ ਇਹ ਸਰਕਾਰ ਦਾ ਜਿਹੜਾ ਉਹ ਗਠਨ ਕਰ ਦਿੱਤਾ ਹੈ। ਔਰ ਇਹਦੇ ਵਿੱਚ ਜਿਹੜਾ ਪ੍ਰਧਾਨ ਮੰਤਰੀ ਜਿਸ ਵਿਅਕਤੀ ਨੂੰ ਬਣਾਇਆ ਗਿਆ, ਮੁਹੰਮਦ ਹਸਨ ਆਖੁੰਦ ਨੂੰ, ਉਹ ਜਿਹੜਾ ਪੁਰਾਣਾ ਜਦੋਂ ਪਹਿਲਾਂ ਤਾਲਿਬਾਨ ਸਰਕਾਰ ਬਣੀ ਸੀ, ਮੁੱਲਾ ਉਮਰ ਜਿਹਦਾ ਮੁਖੀ ਸੀ, ਉਹਦਾ ਸਹਿਯੋਗੀ ਰਹਿ ਚੁੱਕਾ। ਮਤਲਬ ਉਸ ਗਰੁੱਪ ਨੂੰ ਜਿਹੜੀ ਉਹ ਵੱਡੀ ਨੁਮਾਇੰਦਗੀ ਦਿੱਤੀ ਗਈ ਹੈ। ਤੇ 2 ਉਪ ਪ੍ਰਧਾਨ ਮੰਤਰੀ ਬਣਾਉਣੇ ਪਏ ਆ। 2 ਉਪ ਪ੍ਰਧਾਨ ਮੰਤਰੀ ਜਿਹੜੇ ਆ, ਉਹਦੇ ਵਿੱਚ ਇੱਕ ਤਾਂ ਮੁੱਲਾ ਗਨੀ ਬਰਾਦਰ ਹੈ, ਜਿਹੜਾ ਅਸਲ ਵਿੱਚ ਸਮਝਿਆ ਜਾਂਦਾ ਹੈ ਕਿ ਉਹ ਸਾਰੇ ਇਸ ਲੜਾਈ ਦਾ ਮੁਖੀ ਹੈ। ਉਹਨੂੰ ਜਿਹੜਾ ਉਹ ਸਿਰਫ ਉਪ ਪ੍ਰਧਾਨ ਮੰਤਰੀ ਦਾ ਅਹੁਦਾ ਹੀ ਦਿੱਤਾ ਗਿਆ। ਤੇ ਦੂਸਰਾ ਉਪ ਪ੍ਰਧਾਨ ਮੰਤਰੀ ਜਿਹੜਾ ਅਬਦੁਲ ਗਨੀ ਜਿਹੜਾ ਸਲੀਮ ਹਨਾਫੀ ਨੂੰ ਬਣਾਇਆ ਗਿਆ। ਔਰ ਇਹ ਕਿਸ ਤਰ੍ਹਾਂ ਤਬਾਦਨ ਬੈਠੇਗਾ 2 ਉਪ ਪ੍ਰਧਾਨ ਮੰਤਰੀਆਂ ਦੇ ਵਿੱਚ, ਇਹ ਵੀ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੇਗਾ। ਤੇ ਦੂਸਰਾ ਇਹ ਹੈ ਕਿ ਮੁੱਲਾ ਉਮਰ ਦਾ ਇੱਕ ਪੁੱਤਰ ਜਿਹੜਾ ਉਹਨੂੰ ਇਸ ਦੇਸ਼ ਦਾ ਜਿਹੜਾ ਉਹ ਅਫਗਾਨਿਸਤਾਨ ਦਾ ਜਿਹੜਾ ਉਹ ਗ੍ਰਹਿ ਮੰਤਰੀ ਵੀ ਬਣਾਇਆ ਗਿਆ। ਮਤਲਬ ਇਸ ਤਰ੍ਹਾਂ ਕਰਕੇ ਜਿਹੜਾ ਉਹ ਲਿਪਾ ਪੋਚੀ ਜਿਹੀ ਕਰਕੇ ਇੱਕ ਸਰਕਾਰ ਜਿਹੜੀ ਹੈ ਉਹਦਾ ਗਠਨ ਦਾ ਉਹਦਾ ਐਲਾਨ ਕੀਤਾ। ਲੇਕਿਨ ਅਜੇ ਵੀ ਇਹ ਸਮਝਿਆ ਜਾ ਰਿਹਾ ਕਿਉਂਕਿ ਬਹੁਤ ਸਾਰਾ ਵਿਰੋਧ ਜਿਹੜਾ ਉਹਦਾ ਸਾਹਮਣਾ ਕਰਨਾ ਪੈ ਰਿਹਾ। ਇੱਕ ਤਾਂ ਪੰਜਸ਼ੀਰ ਦਾ ਜਿਹੜਾ ਇਲਾਕਾ ਜਿਹਦੇ ਵਿੱਚ ਨਾਰਦਰਨ ਅਲਾਇੰਸ ਜਿਹੜਾ ਉਹ ਲਗਾਤਾਰ ਲੜਾਈ ਕਰ ਰਿਹਾ, ਉਹਦੇ ਵਿੱਚ ਮਸੂਦ ਜਿਹੜਾ ਜੂਨੀਅਰ ਮਸੂਦ, ਪਹਿਲੇ ਮਸੂਦ ਦਾ ਪੁੱਤਰ, ਉਹ ਲਗਾਤਾਰ ਜਿਹੜਾ ਉਹ ਲੜਾਈ ਕਰ ਰਿਹਾ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜਾ ਪੰਜਸ਼ੀਰ ਦੇ ਇਲਾਕੇ 'ਤੇ ਪਿਛਲੇ ਸੋਮਵਾਰ ਨੂੰ ਜਿਹੜਾ ਉਹ ਦਾਅਵਾ ਕੀਤਾ ਗਿਆ ਸੀ ਤਾਲਿਬਾਨ ਵੱਲੋਂ ਕਿ ਅਸੀਂ ਉਹਦੇ ਉੱਪਰ ਕਬਜ਼ਾ ਕਰ ਲਿਆ, ਉਹਨਾਂ 4 ਜ਼ਿਲ੍ਹਿਆਂ ਉੱਤੇ ਜਿੱਥੇ ਪਹਿਲਾਂ ਉਹਨਾਂ ਦਾ ਦਬਦਬਾ ਸੀਗਾ, ਉਹਦਾ ਉਹਨਾਂ ਨੇ ਖੰਡਨ ਕੀਤਾ ਹੈ ਕੱਲ੍ਹ ਕਿ ਇਹ ਖਬਰ ਝੂਠੀ ਆ। ਦੂਸਰਾ, ਉਹਨਾਂ ਨੇ ਪਾਕਿਸਤਾਨ ਉੱਤੇ ਵੀ ਦੋਸ਼ ਲਗਾਇਆ ਕਿ ਜਿੰਨੀ ਹਵਾਈ ਫਾਇਰਿੰਗ ਉੱਥੇ ਹੋਈ ਹੈ, ਜੋ ਉੱਥੇ ਬੰਬਾਰੀ ਹੋਈ ਹੈ, ਉਹ ਸਾਰੀ ਪਾਕਿਸਤਾਨ ਦੀ ਏਅਰਫੋਰਸ ਨੇ ਕੀਤੀ ਹੈ, ਅਸਲ ਦੇ ਵਿੱਚ ਤਾਲਿਬਾਨ ਨੇ ਨਹੀਂ ਕੀਤੀ। ਇਸ ਕਰਕੇ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਕਾਫੀ ਅਜੇ ਵੀ ਜਿਹੜਾ ਹੈ, ਭਾਵੇਂ ਸਰਕਾਰ ਦਾ ਇਹ ਗਠਨ ਕਰਨ ਦਾ ਦਾਅਵਾ ਕੀਤਾ ਗਿਆ ਔਰ ਕੱਲ੍ਹ ਐਲਾਨ ਕਰ ਦਿੱਤੇ ਗਏ ਆ ਕਿ ਇਹ ਗ੍ਰਹਿ ਮੰਤਰੀ ਹੋਏਗਾ, ਇਹ ਜਿਹੜਾ ਉਹ ਰੱਖਿਆ ਮੰਤਰੀ ਹੋਏਗਾ, ਇਹ ਵਿਦੇਸ਼ ਮੰਤਰੀ ਹੋਏਗਾ, ਲੇਕਿਨ ਇਹ ਸਾਰੇ ਗਰੁੱਪਾਂ ਨੂੰ ਨੁਮਾਇੰਦਗੀ ਔਰ ਖ਼ਾਸ ਤੌਰ 'ਤੇ ਜਿਹੜੀ ਪਾਕਿਸਤਾਨ ਸਮਰਥਕ ਜਥੇਬੰਦੀ ਆ, ਹੱਕਾਨੀ ਨੈਟਵਰਕ ਜਿਹਨੂੰ ਆਪਾਂ ਕਹਿੰਦੇ ਹਾਂ, ਉਹਦੇ ਪੁੱਤਰ ਨੂੰ ਵੀ ਜਿਹੜਾ ਉਹ ਇੱਕ ਜਿਹੜਾ ਉਹ ਮੰਤਰੀ ਬਣਾਇਆ ਗਿਆ। ਲੇਕਿਨ ਇਸ ਦੇ ਬਾਵਜੂਦ ਕਿਉਂਕਿ ਉਸ ਜਥੇਬੰਦੀ ਨੂੰ ਜਿਹਦਾ ਉਹ ਮੰਤਰੀ ਬਣਾਇਆ ਗਿਆ, ਉਹਨੂੰ ਅਮਰੀਕਾ ਅੱਤਵਾਦੀ ਜਥੇਬੰਦੀ ਗਰਦਾਨ ਚੁੱਕਾ ਹੈ, ਉਹਦੇ 'ਤੇ ਫੱਟਾ ਲਾ ਚੁੱਕਾ ਹੈ। ਇਸ ਕਰਕੇ ਜਿਹੜਾ ਉਹ ਸਾਰੇ ਦੇ ਸਾਰੇ ਜਿਹੜੇ ਅੱਤਵਾਦੀ ਗਰੁੱਪ ਔਰ ਦੂਸਰੇ ਪਾਸੇ ਵੱਡਾ ਚੈਲੰਜ ਜਿਹੜਾ ਇੱਕ ਤਾਂ ਮਸੂਦ ਤੇ ਨਾਰਦਰਨ ਫਰੰਟ ਵੱਲੋਂ ਜਿਹੜਾ ਉਹ ਝੱਲਣਾ ਪੈ ਰਿਹਾ ਤਾਲਿਬਾਨ ਨੂੰ, ਦੂਸਰਾ ISI ਖੁਰਾਸਾਨ ਜਿਹੜੀ ਹੈ ਉਹ ਵੀ ਜਥੇਬੰਦੀ ਜਿਹੜੀ ਹੈ ਉਹ ਕਾਫੀ
ਜਿਹੜਾ ਉਹ ਬਹੁਤ ਵੱਡੀ ਪੱਧਰ ਦੇ ਉੱਤੇ ਜਿਹੜਾ ਉਹ ਲੋਕਾਂ ਦੇ ਵਿੱਚ ਆਪਣਾ ਦਬਦਬਾ ਰੱਖਦੀ ਹੈ। ਤੇ ਉਹ ਇਹ ਜਿਹੜਾ ਹਿੱਸਾ ਜਿਹੜਾ ਚਾਈਨਾ ਨਾਲ ਲੱਗਦਾ, ਹਿੰਦੁਸਤਾਨ ਨਾਲ ਲੱਗਦਾ, ਮਤਲਬ ਕਸ਼ਮੀਰ ਵਾਲੇ ਪਾਸੇ ਤੋਂ ਲੱਗਦਾ, ਪਾਕਿਸਤਾਨ ਨਾਲ ਲੱਗਦਾ, ਇਸ ਵੱਡੇ ਇਲਾਕੇ ਦੇ ਵਿੱਚ ਜਿਹੜਾ ਉਹ ਉਸ ਜਥੇਬੰਦੀ ਦਾ ਵੀ ਦਬਦਬਾ ਹੈ। ਇਸ ਕਰਕੇ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਦੁਨੀਆ ਭਰ ਦੀਆਂ ਜਮਹੂਰੀਅਤ ਪਸੰਦ ਜਿਹੜੀਆਂ ਕਦਰਾਂ ਕੀਮਤਾਂ ਨੇ, ਸਰਕਾਰਾਂ ਨੇ, ਉਹਨਾਂ ਲਈ ਜਿਹੜਾ ਇਹ ਵੇਖਣ ਵਾਲਾ ਹੋਏਗਾ ਕਿ ਇਸ ਤਰ੍ਹਾਂ ਜਿਹੜਾ ਉਹ ਸੱਤਾ ਹਥਿਆਉਣ ਤੋਂ ਬਾਅਦ ਕਿਸੇ ਦੇਸ਼ ਦੇ ਉੱਤੇ ਜਿਹੜਾ ਉਹ ਕਬਜ਼ਾ ਕਰ ਲੈਣ ਨਾਲ ਜਿਹੜਾ ਉਹ ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਸੰਦੇਸ਼ ਜਾਂਦਾ ਹੈ। ਲੇਕਿਨ ਇਸ ਵਾਰੀ ਤਾਲਿਬਾਨ ਨੇ ਇਹ ਕਿਹਾ ਕਿ ਜਦੋਂ ਅਸੀਂ ਮਤਲਬ ਸੀਗੇ, ਜਦੋਂ ਜਿਹੜਾ ਉਹ ਮੁੱਲਾ ਉਮਰ ਦੀ ਅਗਵਾਈ 'ਚ ਪਹਿਲਾਂ ਤਾਲਿਬਾਨਾਂ ਦੀ ਸਰਕਾਰ ਬਣੀ ਸੀ, ਉਹਨਾਂ ਨੇ ਕਿਹਾ ਜੀ ਉਹਦੇ ਤੋਂ ਅਸੀਂ ਬਹੁਤ ਕੁਝ ਸਿੱਖਿਆ ਸੀਗਾ, ਹੁਣ ਅਸੀਂ ਲੋਕਾਂ ਦੇ ਨਾਲ ਨਰਮੀ ਵਰਤਾਂਗੇ, ਅਸੀਂ ਲੋਕਾਂ ਨਾਲ ਸਖਤੀ ਨਹੀਂ ਵਰਤਾਂਗੇ। ਇਹ ਵੀ ਕਿਹਾ ਉਹਨਾਂ ਨੇ ਕਿ ਮਜ਼ਾਰੇ ਸ਼ਰੀਫ ਦੇ ਵਿੱਚ ਜਿਹੜੇ ਲੋਕ ਜਮ੍ਹਾਂ ਨੇ ਪਿਛਲੇ ਕਾਫੀ ਸਮੇਂ ਤੋਂ ਜਿਹੜੇ ਅਫਗਾਨਿਸਤਾਨ ਛੱਡ ਕੇ ਦੂਸਰੇ ਦੇਸ਼ਾਂ ਨੂੰ ਜਾਣਾ ਚਾਹੁੰਦੇ ਨੇ, ਉਹਨਾਂ ਪ੍ਰਤੀ ਵੀ ਅਸੀਂ ਹਮਦਰਦੀ ਨਾਲ ਸੋਚਾਂਗੇ। ਜਿਹਦੇ ਕੋਲ ਪ੍ਰੋਪਰ ਪਾਸਪੋਰਟ ਹੋਏਗਾ ਉਹਨੂੰ ਅਸੀਂ ਜ਼ਰੂਰ ਜਿਹੜਾ ਬਾਹਰ ਜਾਣ ਦੀ ਆਗਿਆ ਦੇ ਦੇਵਾਂਗੇ। ਔਰ ਇਸ ਤਰ੍ਹਾਂ ਦੇ ਐਲਾਨ ਇਹ ਸਾਬਤ ਵੀ ਕਰਦੇ ਆ ਕਿ ਤਾਲਿਬਾਨ ਜਿਹੜਾ ਉੱਪਰੋਂ ਇਹ ਕਹਿ ਰਿਹਾ ਕਿ ਉਹਨਾਂ ਦਾ ਪੂਰੀ ਪਕੜ ਹੈ ਅਫਗਾਨਿਸਤਾਨ ਦੇ ਉੱਤੇ। ਇਹਨਾਂ ਬਿਆਨਾਂ ਤੋਂ ਵੀ ਇਹ ਲੱਗਦਾ ਕਿ ਉਹਨਾਂ ਨੂੰ ਇਹ ਪਤਾ ਹੈ ਕਿ ਪੂਰੀ ਪਕੜ ਉਹਨਾਂ ਦੀ ਨਹੀਂ ਹੈਗੀ। ਲੋਕ ਅਸਲ ਵਿੱਚ ਹੇਠਲੇ ਪੱਧਰ ਤੱਕ ਲੋਕ, ਕਿਉਂਕਿ ਉੱਥੋਂ ਦੇ ਬੁੱਧੀਜੀਵੀ, ਉੱਥੋਂ ਦੇ ਪੜ੍ਹੇ ਲਿਖੇ ਲੋਕ, ਉੱਥੋਂ ਦੇ ਜਿਹੜੇ ਉਹ ਤਰੱਕੀ ਪਸੰਦ ਲੋਕ, ਉੱਥੋਂ ਦੇ ਜਮਹੂਰੀਅਤ ਪਸੰਦ ਲੋਕ ਜਿਹੜੇ ਆ ਉਹ ਤਾਲਿਬਾਨ ਦੀਆਂ ਇਹਨਾਂ ਸਾਰੀਆਂ ਕਾਰਵਾਈਆਂ ਦੇ ਸਮਰਥਕ ਨਹੀਂ ਹੈਗੇ। ਔਰ ਇਸ ਸਰਕਾਰ ਦੇ ਵਿੱਚ ਇੱਕ ਦੇਖਣ ਵਾਲੀ ਗੱਲ ਹੋਰ ਵੀ ਹੈ ਕਿ ਹਾਲਾਂਕਿ ਜਿਹੜਾ ਉਹ ਐਲਾਨਨਾਮੇ ਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਔਰਤਾਂ ਬਾਰੇ ਅਸੀਂ ਜਿਹੜਾ ਉਹ ਪਹੁੰਚ ਜਿਹੜੀ ਹੈ ਉਹਨੂੰ ਰੈਡੀਕਲ ਰੱਖਾਂਗੇ, ਅਸੀਂ ਅਗਾਂਹ ਵਧੂ ਪਹੁੰਚ ਰੱਖਾਂਗੇ, ਲੇਕਿਨ ਕੱਲ੍ਹ ਦੀ ਸਾਰੀ ਕੈਬਨਿਟ ਦੇ ਵਿੱਚ ਇੱਕ ਵੀ ਔਰਤ ਮੰਤਰੀ ਨੂੰ ਜਗ੍ਹਾ ਨਹੀਂ ਮਿਲੀ। ਇਹ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਦੇਸ਼ ਦੀ 50% ਆਬਾਦੀ ਜਿਹੜੀ ਹੈ ਉਹਨੂੰ ਤੁਸੀਂ ਬਿਲਕੁਲ ਹੀ ਇਗਨੋਰ ਕਰ ਦਿੱਤਾ, ਇੱਕ ਪਾਸੇ ਕਰ ਦਿੱਤਾ। ਦੇਖਦੇ ਹਾਂ ਅਗਲੇ ਦਿਨਾਂ ਦੇ ਵਿੱਚ ਕੀ ਬਣਦਾ। ਬਿਲਕੁਲ ਜੀ, ਰੁਕ ਕਰ ਲੈਂਦੇ ਅਗਲੀ ਖਬਰ ਦੇ ਵੱਲ। ਕੋਵਿਡ ਦੇ ਦਿਨਾਂ ਦੇ ਵਿੱਚ ਸਭ ਨੇ ਵੇਖਿਆ ਕਿ ਸਿੱਖਿਆ ਖੇਤਰ ਦੇ ਵਿੱਚ ਬਹੁਤ ਸਾਰੇ ਬਦਲਾਅ ਆਏ, ਔਰ ਇਸੇ ਨੂੰ ਦੇਖਦਿਆਂ ਹੋਇਆਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰਾਂ ਨੇ ਸਿੱਖਿਆ ਖੇਤਰ ਦੇ ਨਾਲ ਜੁੜੀਆਂ ਕੁਝ ਨਵੀਆਂ ਸਕੀਮਾਂ ਲਾਂਚ ਕੀਤੀਆਂ ਨੇ। ਕੀ ਨੇ ਉਹ ਸਕੀਮਾਂ? ਦੇਖੋ, ਗੱਲ ਇਹ ਹੈ ਕਿ ਲਗਾਤਾਰ ਆਪਾਂ ਸਾਰਾ ਦੇਖਦੇ ਹਾਂ ਕਿ ਸਾਰੇ ਦਾ ਸਾਰਾ ਸਿਨੈਰੀਓ ਜਿਹੜਾ ਉਹ ਬਦਲ ਗਿਆ ਸਿੱਖਿਆ ਪ੍ਰਾਪਤੀ ਦਾ ਪਿਛਲੇ ਸਮੇਂ ਦੇ ਵਿੱਚ। ਇੱਕ ਤਾਂ ਆਨਲਾਈਨ ਜਿਹੜੀ ਉਹ ਪੜ੍ਹਾਈ ਜਿਹੜੀ ਹੈ ਉਹਦਾ ਇੱਕ ਨਵਾਂ ਤਜਰਬਾ ਦੁਨੀਆ ਭਰ ਦੇ ਵਿੱਚ ਹੋਇਆ, ਹਿੰਦੁਸਤਾਨ ਦੇ ਵਿੱਚ ਵੀ ਹੋਇਆ। ਜਿੱਥੇ ਜਿੱਥੇ ਡਿਜੀਟਲੀ ਜਿਹੜਾ ਉਹ ਬਹੁਤ ਜ਼ਿਆਦਾ ਵਿਕਸਿਤ ਦੇਸ਼ ਨਹੀਂ ਹੈਗੇ, ਉੱਥੇ ਬਹੁਤ ਸਾਰੀਆਂ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪਿਆ, ਜਿਹੜਾ ਹੌਲੀ ਹੌਲੀ ਜਿਹੜਾ ਉਹ ਸਿੱਖ ਗਿਆ। ਤੇ ਕੱਲ੍ਹ ਜਿਹੜਾ ਪ੍ਰਧਾਨ ਮੰਤਰੀ ਹੋਰਾਂ ਨੇ ਕਿਹਾ ਕਿ ਇਹ ਅਸਲ ਦੇ ਵਿੱਚ ਲਗਾਤਾਰ ਬਦਲਦੀਆਂ ਪਰਿਸਥਿਤੀਆਂ ਦੇ ਵਿੱਚ ਸਿੱਖਿਆ ਦੇ ਜਿਹੜੇ ਟੂਲਸ ਨੇ ਉਹਨੂੰ ਵੀ ਬਦਲਣ ਦੀ ਜ਼ਰੂਰਤ ਹੈ। ਇਸ ਕਰਕੇ ਕੱਲ੍ਹ ਉਹਨਾਂ ਨੇ ਜਿਹੜੀਆਂ ਸਕੀਮਾਂ ਲਾਗੂ ਕੀਤੀਆਂ ਉਹਦੇ ਵਿੱਚ ਜਿਹੜੀਆਂ ਉਹ ਵੱਖ-ਵੱਖ ਜਿਹੜੀਆਂ ਚੀਜ਼ਾਂ ਨੇ, ਜਿਵੇਂ ਕਿ ਪੜ੍ਹਾਉਣ ਦੇ ਜਿਹੜੇ ਉਹ ਕਿਸ ਤਰ੍ਹਾਂ ਦੇ ਜਿਹੜੇ ਉਹ ਸਿਸਟਮ ਹੋਣੇ ਚਾਹੀਦੇ ਆ। ਦੂਸਰਾ ਇਹ ਹੈ ਕਿ ਅਧਿਆਪਨ ਤੇ ਸਿੱਖਿਆ ਪ੍ਰਾਪਤੀ ਦਾ ਜਿਹੜਾ ਉਹ ਕਿਸ ਤਰ੍ਹਾਂ ਜਿਹੜਾ ਉਹ ਤਵਾਜ਼ਨ ਜਿਹੜਾ ਉਹ ਕਾਇਮ ਰੱਖਿਆ ਜਾਣਾ ਚਾਹੀਦਾ ਹੈ, ਔਰ ਕਿਸ ਤਰ੍ਹਾਂ ਜਿਹੜਾ ਉਹ ਆਮ ਲੋਕਾਂ ਤੱਕ ਸਿੱਖਿਆ ਨੂੰ ਪਹੁੰਚਾਉਣ ਲਈ ਜਿਹੜਾ ਉਹ ਵੱਧ ਤੋਂ ਵੱਧ ਜਿਹੜਾ ਉਹਦਾ ਫੈਲਾਓ ਹੋਣਾ ਚਾਹੀਦਾ। ਇਹ ਸਾਰੀਆਂ ਸਕੀਮਾਂ ਦਾ ਕੱਲ੍ਹ ਜਿਹੜਾ ਪ੍ਰਧਾਨ ਮੰਤਰੀ ਉਹਨਾਂ ਨੇ ਕਿਹਾ। ਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸਾਡਾ ਦੇਸ਼ ਜਿਹੜਾ ਉਹ ਬਹੁਤ ਤੇਜ਼ੀ ਦੇ ਨਾਲ ਜਿਹੜਾ ਉਹ ਵਿਸ਼ਵ ਭਰ ਦੇ ਵਿੱਚ ਇੱਕ ਅੱਛਾ ਸਿੱਖਿਅਤ ਨੈਟਵਰਕ ਬਣ ਰਿਹਾ ਹੈ। ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਤੌਰ ਉੱਤੇ ਵੀ ਔਰ ਸਾਡੇ ਸਾਰੇ ਜਿੰਨੇ ਮਤਲਬ ਸਿੱਖਿਆ ਖੇਤਰ ਵਿੱਚ ਕੰਮ ਕਰਨ ਵਾਲੇ ਲੋਕ ਨੇ ਉਹ ਵੀ ਜਿਹੜੇ ਆ ਇਸ ਗੱਲ ਵੱਲ ਧਿਆਨ ਦੇ ਕੇ ਜਿਹੜਾ ਉਹ ਅੱਗੋਂ ਤੋਂ ਅੱਗੋਂ ਜਿਹੜਾ ਉਹ ਕੌਣ। ਕੱਲ੍ਹ ਉਹਨਾਂ ਨੇ ਇੱਕ ਸੰਕੇਤਕ ਭਾਸ਼ਾ ਡਿਕਸ਼ਨਰੀ ਦਾ ਵੀ ਜਿਹੜਾ ਉਹ ਦੂਸਰਾ ਆਪਣੇ ਆਗਾਜ਼ ਕੀਤਾ, ਉਹਦਾ ਵੀ ਉਦਘਾਟਨ ਕੀਤਾ, ਜਾਰੀ ਕੀਤੀ ਹੈ। ਇਸ ਕਰਕੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਸਕੀਮਾਂ ਨੂੰ ਜਿਹੜਾ ਉਹ ਲਿਆ ਕੇ ਔਰ ਸਿੱਖਿਆ ਖੇਤਰ ਵਿੱਚ ਕੰਮ ਕਰਨ ਵਾਲੇ ਬੁੱਧੀਜੀਵੀਆਂ ਨੂੰ ਉਹਨਾਂ ਨੇ ਇਹ ਸੱਦਾ ਵੀ ਦਿੱਤਾ ਕਿ ਉਹ ਹੋਰ ਵੱਧ ਤੋਂ ਵੱਧ ਜਿਹੜਾ ਇਸ ਪਾਸੇ ਨੂੰ ਧਿਆਨ ਦੇ ਕੇ ਜਿਹੜੀਆਂ ਉਹ ਟੈਕਨੀਕਸ ਨੂੰ ਵਿਕਸਿਤ ਕਰਨ, ਤਾਂ ਕਿ ਸਾਡਾ ਦੇਸ਼ ਜਿਹੜਾ ਉਹ ਸਿੱਖਿਆ ਦੇ ਖੇਤਰ ਵਿੱਚ, ਜਿਵੇਂ ਕਿ ਉਹਨਾਂ ਨੇ ਕਿਹਾ ਕਿ ਵਿਸ਼ਵ ਭਰ ਦੇ ਵਿੱਚ ਸਾਡੀ ਸਿੱਖਿਆ ਪ੍ਰਣਾਲੀ ਜਿਹੜੀ ਹੈ ਉਹ ਸ਼ੁਰੂ ਤੋਂ ਲੈ ਕੇ ਜਿਹੜਾ ਔਰ ਅੱਜ ਦੇ ਸਮੇਂ ਤੱਕ ਵੀ ਜਿਹੜੀ ਹੈ ਉਹ ਕਾਫੀ ਵਿਕਸਿਤ ਔਰ ਕਾਫੀ ਕਾਰਗਰ ਪ੍ਰਣਾਲੀ ਸਮਝੀ ਜਾਂਦੀ ਹੈ। ਇਹਨੂੰ ਹੋਰ ਜ਼ਿਆਦਾ ਵਿਕਸਿਤ ਕਰਨ ਦੀ ਜ਼ਰੂਰਤ ਹੈ। ਇਸੇ ਕਰਕੇ ਉਹਨਾਂ ਨੇ ਕੱਲ ਇਹ ਸਕੀਮਾਂ ਜਿਹੜੀਆਂ ਲਾਂਚ ਕੀਤੀਆਂ। ਬਿਲਕੁਲ ਜੀ, ਰੁਕ ਕਰ ਲੈਂਦੇ ਅਗਲੀ ਖਬਰ ਦੇ ਵੱਲ। ਦੇਸ਼ ਦੇ ਵਿੱਚ ਹੁਣ ਤੱਕ 70 ਕਰੋੜ ਦੇ ਕਰੀਬ ਜਿਹੜੇ ਨੇ ਟੀਕੇ ਲੱਗ ਚੁੱਕੇ ਨੇ। ਅਦਰ ਦੂਜੇ ਪਾਸੇ ਕੇਰਲ ਦੀ ਗੱਲ ਕਰੀਏ ਤਾਂ ਉੱਥੇ ਨਿਪਾਹ ਵਾਇਰਸ ਦਾ ਖਤਰਾ ਜਿਹੜਾ ਬਣਿਆ ਹੋਇਆ ਹੈ। ਕੀ ਕਹਿਣਾ ਚਾਹੋਗੇ? ਦੇਖੋ, ਗੱਲ ਇਹ ਹੈ ਕਿ ਦੁਨੀਆ ਭਰ ਦੇ ਵਿੱਚ ਵੀ ਇਹ ਚੀਜ਼ਾਂ ਸਾਹਮਣੇ ਆ ਰਹੀਆਂ। ਹਿੰਦੁਸਤਾਨ ਦੇ ਵਿੱਚ ਵੀ ਜਿਹੜਾ ਉਹ ਦੱਖਣ ਵਾਲੇ ਪਾਸਿਓਂ, ਕੇਰਲਾ ਵਾਲੇ ਪਾਸਿਓਂ ਬਹੁਤ ਠੀਕ ਖਬਰਾਂ
नहीं आ रही कि हुण ਇਹ ਨਵਾਂ ਵਾਇਰਸ ਜਿਹੜਾ ਨਿਪਾਹ ਵਾਇਰਸ ਜਿਹਨੂੰ ਆਪਾਂ ਕਹਿੰਦੇ ਆ, ਜਿਹੜਾ ਖਾਸ ਤੌਰ ਤੇ ਬੱਚਿਆਂ ਦੇ ਵਿੱਚ ਫੈਲ ਰਿਹਾ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਵਿੱਚ। ਔਰ ਇਹਦੇ ਬਾਰੇ ਇਹ ਕਿਹਾ ਗਿਆ ਕੱਲ੍ਹ ਜਿਹੜਾ ਉਹ ਸਿਹਤ ਵਿਗਿਆਨੀਆਂ ਨੇ ਇਹ ਕਿਹਾ ਕਿ ਇਹ ਜਿਸ ਸਰੀਰ ਦੇ ਵਿੱਚ ਇਹਦਾ ਪ੍ਰਵੇਸ਼ ਹੋ ਜਾਂਦਾ ਉਹਦੇ ਸਾਰੇ ਅੰਗ ਤਬਾਹ ਹੋਣ ਦੀ ਜਿਹੜਾ ਉਹ ਖਤਰਾ ਬਣਿਆ ਰਹਿੰਦਾ। ਇਸ ਕਰਕੇ ਬਹੁਤ ਹੀ ਚਿੰਤਾਜਨਕ ਗੱਲ ਹੈ। ਔਰ ਇਹ ਨਿਪਾਹ ਵਾਇਰਸ ਜਿਹੜਾ ਇਹਦੀ ਕੋਈ ਦਵਾਈ ਵੀ ਅਜੇ ਤੱਕ ਨਹੀਂ ਹੈ। ਜੋ ਕੱਲ੍ਹ ਜਿਹੜਾ ਉਹ ਜਾਰੀ ਕੀਤਾ ਗਿਆ ਬੁਲੇਟਿਨ ਉਹਦੇ ਵਿੱਚ ਇਹ ਕਿਹਾ ਗਿਆ ਕਿ ਇਹਦੀ ਕੋਈ ਦਵਾ ਅਜੇ ਤੱਕ ਨਹੀਂ ਹੈਗੀ। ਇਸ ਸਾਰੇ ਦੇ ਵਿੱਚ ਜਿਹੜਾ ਹੈ ਸਰਕਾਰ ਜਿਹੜਾ ਉਹ ਆਪਣੇ ਤੌਰ ਤੇ ਦਿਸ਼ਾ ਨਿਰਦੇਸ਼ ਜਾਰੀ ਕਰਕੇ ਸਾਨੂੰ ਹਮੇਸ਼ਾ ਆਗਾਹ ਕਰਦੀ ਹੈ। ਦੂਸਰਾ, ਜਿਵੇਂ ਤੁਸੀਂ ਸ਼ੁਰੂ ਦੇ ਵਿੱਚ ਕਿਹਾ ਕਿ 70 ਕਰੋੜ ਤੋਂ ਵੱਧ ਲੋਕਾਂ ਦੇ ਜਿਹੜੀ ਉਹ ਵੈਕਸੀਨ ਹਿੰਦੁਸਤਾਨ ਦੇ ਵਿੱਚ ਲੱਗ ਚੁੱਕੀ ਹੈ। ਇਸ ਕਰਕੇ ਇਸ ਵੈਕਸੀਨ ਦੀ ਮੁਹਿੰਮ ਨੂੰ ਹੋਰ ਜ਼ਿਆਦਾ ਤੇਜ਼ ਕਰਕੇ ਵੀ ਔਰ ਹੋਰ ਜ਼ਿਆਦਾ ਅਵੇਅਰ ਕਰਕੇ ਵੀ ਜਿਹੜਾ ਇਹਦੇ ਉੱਤੇ ਜਿਹੜਾ ਉਹ ਵੱਧ ਤੋਂ ਵੱਧ ਜਿਹੜਾ ਇਹਦੇ ਵਿੱਚ ਜਿਹੜਾ ਇਨਵੋਲਵ ਹੋਣ ਦੀ ਜ਼ਰੂਰਤ ਹੈ। ਇਸ ਕਰਕੇ ਸਾਰਿਆਂ ਨੂੰ ਆਪਾਂ ਅਪੀਲ ਕਰਦੇ ਹਾਂ ਇਸ ਮੰਚ ਤੋਂ ਵੀ, ਇੱਕ ਤਾਂ ਆਪਣੇ ਤੌਰ ਉੱਤੇ ਜਿਹੜਾ ਹੈ ਉਹ ਸੋਸ਼ਲ ਡਿਸਟੈਂਸਿੰਗ ਦਾ ਖਿਆਲ ਰੱਖਿਆ ਜਾਏ, हैंड वाशिंग का ख्याल रखा जाए। और दूसरी गल है क्योंकि हुण सारे कारोबार भी खुल गए हैं, स्कूल कॉलेज भी खुल गए हैं, स्कूलों के क्लासां लगभग शुरू हो गई, यूनिवर्सिटियां भी शुरू हो गई हैं। इस करके बहुत ज़रूरी है कि सावधानी वरती जाए। और जे किसी ने वैक्सीन अजे तक नहीं लगवाई तो वो जरूर लगवा ले। आम तौर पर जो 70 करोड़ तो ज़्यादा लोगों ने लगवा ली, पर 70 करोड़ तो ज़्यादा लोगों ने लगवाने का मतलब भी ये है कि असी अदे अद तो टप्पे ही हैं जो अपनी आबादी के हिसाब नाल। इस करके बहुत जरूरी है कि सरकार के दिशा निर्देशों को मनते हुए, सेहत विभाग के दिशा निर्देशों को मनते हुए, एक तो वैक्सीन का जोड़ा वो पूरी तरह अवेयर होना चाहिए, लगवानी चाहिए है। दूसरा यह है कि सोशल डिस्टेंसिंग का पूरा ख्याल ਜ਼ਰੂਰ ਰੱਖਿਆ ਜਾਣਾ ਚਾਹੀਦਾ। ਬਿਲਕੁਲ ਜੀ। ਅਗਲੀ ਖਬਰ ਹੈ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ਦੇ ਨਾਲ ਸੰਬੰਧਿਤ। ਕਰਨਾਲ ਦੇ ਵਿੱਚ ਕੱਲ ਪ੍ਰਦਰਸ਼ਨ ਹੋਏ ਨੇ ਕਿਸਾਨਾਂ ਦੇ, ਕੀ ਕਹਿਣਾ ਚਾਹੋਗੇ? देखो, किसान अंदोलन काफ़ी सेंसिटिव है, सरकार भी इनू समझती है कि काफ़ी सेंसिटिव है, लेकिन घटनावां दा जोर इन्ना जबरदस्त होंदा कि कोई ना कोई घटना जिहड़ी वो अगे अगे वधदी जांदी है। क्योंकि करनाल वाला मसला भी ये है कि पिछले महीने के आखिरी दिनों के विच जिहड़ा वो पहला किसानां उत्ते एक लाठीचार्ज होया सीगा, जिहदे विच जिहड़ा एक सरकारी अधिकारी दी एक वीडियो वायरल हो गई, उहदा आडियो वायरल हो गया, जिहदे विच वो सख्त दिशा निर्देश दे रहा सी। उहदे विरोध दे विच कल किसान ने जिहड़ा वो करनाल दे विच मिनी सकत्रेत नूं जिहड़ा उहदा घराओ करन दा प्रोग्राम बनाया सी। और बहुत कोशिश की सरकार ने कि किसी न किसी नतीजे ते पहुँच जाया जाए। और किसानां दे नाल लगातार 3 दौर जिहड़े 3 घंटे तक मीटिंगां दे भी चले। लेकिन इस दे बावजूद जो किसानां दी मंग सी, क्योंकि एक तो मंग ये करते सी कि जिस अधिकारी ने वो ऑर्डर दिते ने लाठी चार्ज दे, ਉਹਦੇ खिलाफ ਜਿਹੜਾ ਉਹ ਕਾਰਵਾਈ ਕੀਤੀ ਜਾਏ, ਉਹਨੂੰ ਸਸਪੈਂਡ ਕੀਤਾ ਜਾਏ ਤੇ ਅੱਗੋਂ ਜਿਹੜਾ 302 ਦਾ ਉਹਦੇ ਤੇ ਮੁਕੱਦਮਾ ਦਰਜ ਕੀਤਾ ਜਾਏ। ਦੂਸਰਾ ਇਹ ਸੀ ਕਿ ਉਹਦੇ ਵਿੱਚ ਇੱਕ ਕਿਸਾਨ ਦੀ ਮੌਤ ਹੋ ਗਈ ਸੀਗੀ, ਉਹਦੇ ਬਾਰੇ ਉਹ ਕਹਿੰਦੇ ਨੇ ਕਿ ਉਹਨੂੰ 25 ਲੱਖ ਰੁਪਏ ਦਾ ਉਹਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਏ। तीसरा ये कह रहे हैं कि ਜਿਹੜੇ लोग ਜ਼ਖਮੀ ਹੋਏ ਨੇ ਉੱਥੇ ਕਿਸਾਨ, ਉਹਨਾਂ ਨੂੰ 2-2 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਏ। ਇਸ ਗੱਲ ਤੇ ਸਰਕਾਰ ਨੇ ਜਿਹੜੀ ਇਹ ਗੱਲ ਨਹੀਂ ਮੰਨੀ, ਜਿਹਦਾ ਨਤੀਜਾ ਇਹ ਹੋਇਆ ਕਿ ਫਿਰ ਉਹਨਾਂ ਨੇ ਜਿਹੜਾ ਉਹ ਮਿਨੀ ਸਕੱਤਰੇਤ ਦੇ ਅੱਗੇ ਧਰਨਾ ਦੇਣਾ ਜਿਹੜਾ ਉਹ ਜ਼ਰੂਰੀ ਸਮਝਿਆ। ਔਰ ਉਹ ਕੁਛ ਜਿਹੜਾ ਉਹ ਥੋੜੀ ਬਹੁਤੀ ਸਖਤੀ ਵੀ ਹੋਈ, ਕੋਈ ਪਾਣੀ ਦੀਆਂ ਵਿਛਾੜਾਂ ਵੀ ਜਿਹੜੀਆਂ ਉਹ ਕਰਨੀਆਂ ਪਈਆਂ। ਲੇਕਿਨ ਇਸ ਦੇ ਬਾਵਜੂਦ ਕਿਸਾਨ ਜਿਹੜੇ ਮਿਨੀ ਸਕੱਤਰੇਤ ਤੱਕ ਪਹੁੰਚ ਗਏ ਤੇ ਉੱਥੇ ਜਾ ਕੇ ਉਹਨਾਂ ਨੇ ਐਲਾਨ ਕਰਤਾ ਕਿ ਇਹ ਲਗਾਤਾਰ ਜਿਹੜਾ ਉਹ ਚੱਲਦਾ ਰਹੇਗਾ। ਇਸ ਕਰਕੇ ਚਾਹੀਦਾ ਇਹ ਹੈ ਕਿ ਕਿਸਾਨਾਂ ਨੂੰ ਵੀ ਚਾਹੀਦਾ ਕਿ ਜੇ ਉਹ ਜੈਨੂਅਨ ਮੰਗਾਂ ਨੇ ਉਹਨਾਂ ਦੇ ਉੱਤੇ ਮਨਵਾ ਕੇ ਜਿਹੜਾ ਉਹ ਅੱਗੇ ਤੁਰਿਆ ਜਾਏ, ਕਿਉਂਕਿ ਪਹਿਲਾਂ ਹੀ ਇਸ ਅੰਦੋਲਨ ਨਾਲ ਕਾਫੀ ਨੁਕਸਾਨ ਹੋ ਰਿਹਾ, ਦੇਸ਼ ਦੀ ਆਰਥਿਕਤਾ ਦਾ ਵੀ ਨੁਕਸਾਨ ਹੋ ਰਿਹਾ, ਸਾਰੇ ਮਾਹੌਲ ਦਾ ਵੀ ਜਿਹੜੇ ਉਹਦੇ ਵਿੱਚ ਵਿਗਾੜ ਪੈਣ ਦੇ ਜਿਹੜੇ ਉਹ ਖਦਸ਼ੇ ਬਣੇ ਰਹਿੰਦੇ ਆ। ਔਰ ਸਰਕਾਰ ਨੂੰ ਵੀ ਚਾਹੀਦਾ ਕਿ ਉਹਨਾਂ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣ ਕੇ ਇਹਦਾ ਕੋਈ ਨਾ ਕੋਈ ਰਸਤਾ ਜਿਹੜਾ ਉਹ ਜ਼ਰੂਰ ਲੱਭਿਆ ਜਾਏ। ਜਿੰਨਾ ਚਿਰ ਇਹਦਾ ਕੋਈ ਨਾ ਕੋਈ ਰਸਤਾ ਲੱਭਿਆ ਨਹੀਂ ਜਾਂਦਾ, ਉਹਨਾਂ ਚਿਰ ਜਿਹੜਾ ਉਹ ਜੀਵਨ ਜਿਹੜਾ ਉਹ ਘੱਟੋ ਘੱਟ ਉੱਤਰੀ ਭਾਰਤ ਦੇ ਵਿੱਚ ਜਿੱਥੇ ਕਿਸਾਨ ਅੰਦੋਲਨ ਸਭ ਤੋਂ ਜ਼ਿਆਦਾ ਫੈਲਿਆ ਹੋਇਆ, ਇੱਥੇ ਜਿਹੜਾ ਉਹ ਫਿਰ ਮਾਹੌਲ ਸੁਖਾਵਾਂ ਨਹੀਂ ਜਿਹੜਾ ਹੋਣ ਦੀਆਂ ਸੰਭਾਵਨਾਵਾਂ। ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਇਸ ਪਾਸੇ ਧਿਆਨ ਦਿੱਤਾ ਜਾਏ। ਜੀ ਬਿਲਕੁਲ ਜੀ। ਅਗਲੀ ਗੱਲ ਕਰ ਲੈਣੇ ਪੰਜਾਬ ਦੀ ਸਿਆਸਤ ਦੀ। ਪੰਜਾਬ ਦੀ ਸਿਆਸਤ ਦੇ ਵਿੱਚ ਕਾਂਗਰਸ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ 2 ਫਾੜ ਹੋ ਚੁੱਕੀ ਹੈ ਤੇ ਉਧਰ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਖੇਮੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਮੁਲਾਕਾਤ ਕੀਤੀ ਉਹਨਾਂ ਦੇ ਵਿਧਾਇਕਾਂ ਦੇ ਨਾਲ। ਕਿਵੇਂ ਦੇਖਦੇ ਹੋ ਵੀ ਇਹ ਸਮੀਕਰਨ ਕਿਵੇਂ ਬੈਠੇਗਾ? देखो, समीकरण वैसे तो कांग्रेस का अंदरूनी मामला है, हौली हौली जोड़ा वो हल हो जाएगा।
ਔਰ ਦੂਸਰੀ ਗੱਲ ਇਹ ਹੈ ਕਿ ਜਿੱਦਾਂ ਜਿੱਦਾਂ ਚੋਣਾਂ ਨੇੜੇ ਆ ਰਹੀਆਂ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਬਾਕੀ ਪਾਰਟੀਆਂ ਜਿਹੜੀਆਂ ਨੇ ਵਿਰੋਧੀ ਪਾਰਟੀਆਂ ਉਹ ਆਪਣੇ ਆਪ 'ਚ ਬਹੁਤ ਸਪਸ਼ਟ ਰੂਪ ਦੇ ਵਿੱਚ ਜਿਹੜਾ ਮੈਦਾਨ ਦੇ ਵਿੱਚ ਜਾ ਰਹੀਆਂ ਨੇ। ਦੂਸਰਾ ਇਹ ਕਿ ਕਾਂਗਰਸ ਦੀ ਸਮੱਸਿਆ ਇਹ ਹੈ ਕਿ ਕਾਂਗਰਸ ਨੇ ਜੋ ਵਾਅਦੇ ਕੀਤੇ ਸੀਗੇ ਜਦੋਂ ਜਿਹੜਾ 2017 ਦੇ ਵਿੱਚ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ, ਉਹਨਾਂ ਵਿੱਚੋਂ ਬਹੁਤ ਸਾਰੇ ਵਾਅਦੇ ਕਾਂਗਰਸ ਪੂਰੇ ਨਹੀਂ ਕਰ ਸਕੀ। ਦੂਸਰਾ ਇਹ ਹੈ ਕਿ ਉਹ ਨਹੀਂ ਕਰ ਸਕੀ ਦਾ ਜਿਹੜਾ ਫਿਰ ਅੱਗੋਂ ਨਤੀਜਾ ਇਹ ਨਿਕਲਦਾ ਹੈ ਕਿ ਫਿਰ ਜਿਹੜੇ ਕਾਂਗਰਸ ਦੇ ਅੰਦਰ ਦਾਅਵੇਦਾਰ ਨੇ, ਨਵੀਂ ਮਤਲਬ ਜਦੋਂ ਸਰਕਾਰ ਬਣਨੀ ਹੈ ਮੁੱਖ ਮੰਤਰੀ ਦੇ ਦਾਅਵੇਦਾਰ, ਉਹਦੇ ਵਿੱਚੋਂ ਵੱਡੇ ਦਾਅਵੇਦਾਰ ਨਵਜੋਤ ਸਿੱਧੂ ਨੇ, ਤੇ ਨਵਜੋਤ ਸਿੱਧੂ ਜਿਹੜੇ ਉਹਨੂੰ ਹਾਈ ਕਮਾਂਡ ਨੇ ਜਿਹੜਾ ਉਹ ਪ੍ਰਧਾਨਗੀ ਦੀ ਕੁਰਸੀ ਦੇ ਦਿੱਤੀ। ਲੇਕਿਨ ਪ੍ਰਧਾਨਗੀ ਦੀ ਕੁਰਸੀ ਦੇਣ ਨਾਲ ਵੀ ਗੱਲ ਇਸ ਤਰ੍ਹਾਂ ਦੀ ਲੱਗ ਰਹੀ ਹੈ ਕਿ ਜੈਸੇ ਉਹ ਸੈਟੀਸਫਾਈਡ ਨਹੀਂ ਹੈਗੇ, ਉਹਨਾਂ ਨੂੰ ਲੱਗਦਾ ਹੈ ਕਿ ਅਗਲਾ ਮੁੱਖ ਮੰਤਰੀ ਜਿਹੜਾ ਉਹਦਾ ਵੀ ਫੈਸਲਾ ਹੋ ਜਾਏ। ਇਸ ਕਰਕੇ ਜਿਹੜਾ ਕਾਂਗਰਸ ਦਾ ਅੰਦਰੂਨੀ ਕਲੇਸ਼ ਜਿਹੜਾ ਉਹ ਲਗਾਤਾਰ ਹੱਲ ਹੋਣ ਦੀ ਬਜਾਏ ਵੱਧਦਾ ਜਾ ਰਿਹਾ, ਤੇ ਉਹ ਵੱਧਦੇ ਜਾਣ ਦੇ ਵਿੱਚ ਇਹ ਹੈ ਕਿ ਕੱਲ ਜਿਹੜੇ ਦੂਜੇ ਵਿਧਾਇਕ ਤੇ ਮੰਤਰੀ ਨਵਜੋਤ ਸਿੱਧੂ ਦੇ ਖੇਮੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਸਮਝੇ ਜਾਂਦੇ ਸੀ, ਕੱਲ ਜਿਹੜਾ ਉਹਨਾਂ ਵਿੱਚੋਂ ਕੁਝ ਵਿਧਾਇਕਾਂ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਗੱਲਬਾਤ ਕੀਤੀ, ਜਿਹਦੇ ਵਿੱਚ ਗੁਰਕੀਰਤ ਕੋਟਲੀ ਵੀ ਸ਼ਾਮਲ ਹੈ, ਨਵਤੇਜ ਚੀਮਾ ਵੀ ਸ਼ਾਮਲ ਹੈ, ਤੇ ਇਸ ਤੋਂ ਬਿਨਾਂ ਲਖਵੀਰ ਸਿੰਘ ਲੱਖਾ ਵੀ ਸ਼ਾਮਲ ਹੈ। ਇਹਨਾਂ ਸਾਰੇ ਇਸ ਸਿਨੈਰੀਓ ਦੇ ਵਿੱਚ ਦੂਸਰੇ ਪਾਸੇ ਨਵਜੋਤ ਸਿੱਧੂ ਨੇ ਵੀ ਮੀਟਿੰਗਾਂ ਦਾ ਦੌਰ ਤੇਜ਼ ਕੀਤਾ ਹੋਇਆ। ਕੱਲ ਉਹ ਰਜਿੰਦਰ ਕੌਰ ਭੱਠਲ ਨੂੰ ਮਿਲੇ ਜਿਹੜੇ ਕਿ ਸਾਬਕਾ ਮੁੱਖ ਮੰਤਰੀ ਨੇ। ਇਸ ਕਰਕੇ ਬਹੁਤ ਜਿਹੜਾ ਦਿਲਚਸਪ ਹੋਏਗਾ ਆਉਣ ਦੇ ਦਿਨਾਂ ਦੇ ਵਿੱਚ ਦੇਖਣਾ ਕਿ ਕਾਂਗਰਸ ਜਿਹੜੀ ਕਿ ਆਪਣੇ ਖਿਲਾਫ ਜਿਹੜੀ ਆ, ਹਾਲਾਂਕਿ ਜਿਹੜੀ ਐਂਟੀ ਇਨਕੰਬੈਂਸੀ ਦਾ ਤਾਂ ਇੱਕ ਮੁੱਦਾ ਹੈ ਹੀ ਹੈ, ਲੇਕਿਨ ਕਾਂਗਰਸ ਦਾ ਆਪਣਾ ਮੁੱਦਾ ਜਿਹੜਾ ਉਹ ਉਹਨਾਂ ਨੂੰ ਜ਼ਿਆਦਾ ਭਾਰੀ ਪੈ ਰਿਹਾ। ਆਉਣ ਵਾਲੇ ਸਮੇਂ 'ਚ ਦੇਖਣਾ ਬਹੁਤ ਦਿਲਚਸਪ ਹੋਏਗਾ। ਬਿਲਕੁਲ ਜੀ, ਖਬਰਾਂ ਦੀ ਸਮੀਖਿਆ ਨੂੰ ਇੱਥੇ ਸਮੇਟਣਾ ਪਏਗਾ। ਜਵਾਲ ਸਾਹਿਬ ਸਾਡੇ ਸਟੂਡੀਓ 'ਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡੇ ਦਰਸ਼ਕਾਂ ਦਾ ਵੀ ਧੰਨਵਾਦ।